ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Students, today we read our last topic of this chapter, sacred groves, a wealth of diverse and rare species. Sacred groves ਹੁੰਦਾ ਹੈ ਪਵਿੱਤਰ ਰੁੱਖ। Groups means groups of the trees, ਰੁੱਖਾਂ ਦਾ ਝੁੰਡ ਜਾਂ ਰੁੱਖਾਂ ਦਾ ਸਮੂਹ। ਪਵਿੱਤਰ ਰੁੱਖਾਂ ਦਾ ਸਮੂਹ a wealth of diverse and rare species, ਅਤੇ ਵੱਖ-ਵੱਖ ਜਾਂ ਕੁਝ ਖਾਸ ਕਿਸਮ ਦੀਆਂ ਪ੍ਰਜਾਤੀਆਂ ਦੀ ਸੰਪਤੀ। Nature worship is an age-old tribal belief based on the premise that all creation of nature have to be protected. ਕੁਦਰਤ ਦੀ ਪੂਜਾ ਪੁਰਾਣੇ ਜੰਗਲੀ ਕਬੀਲਿਆਂ ਦੇ ਵਿਸ਼ਵਾਸ ਦੇ ਆਧਾਰਿਤ ਹੈ, ਜਿਸ ਦੇ ਅਨੁਸਾਰ ਆਖਿਆ ਗਿਆ ਹੈ ਕਿ ਕੁਦਰਤ ਵੱਲੋਂ ਪੈਦਾ ਕੀਤੇ ਗਏ ਸਾਰੇ ਜੀਵ ਜੰਤੂਆਂ ਦੀ ਰੱਖਿਆ ਕਰਨੀ ਚਾਹੀਦੀ ਹੈ। Such beliefs have preserved several virgin forests in the pristine form called sacred groves. ਕਹਿੰਦੇ ਇਸੇ ਵਿਸ਼ਵਾਸ ਦੇ ਆਧਾਰ 'ਤੇ ਬਹੁਤ ਸਾਰੇ ਅਜਿਹੇ ਜੰਗਲ ਆ ਜੋ ਸੁਰੱਖਿਅਤ ਰੱਖੇ ਗਏ ਆ। ਸੈਵਰਲ ਵਰਜਨ ਫੋਰੈਸਟ ਮਤਲਬ ਅਜਿਹੇ ਜੰਗਲ ਜਿਨ੍ਹਾਂ ਨੂੰ ਕੁਆਰੇ ਜੰਗਲ ਆਖਿਆ ਜਾਂਦਾ ਹੈ। ਪੁਰਾਣੇ ਸਮੇਂ ਤੋਂ ਇਹਨਾਂ ਨੂੰ ਜਿਹੜਾ ਬਿਨਾਂ ਟੱਚ ਬਿਨਾਂ ਵਰਤੋਂ ਤੋਂ ਰੱਖਿਆ ਗਿਆ ਹੈ। ਦਾ ਫੋਰੈਸਟ ਆਫ ਗੋਡ ਐਂਡ ਦਾ ਗੋਡਨੈਸਿਸ, ਇਹਨਾਂ ਜੰਗਲਾਂ ਨੂੰ ਪਰਮਾਤਮਾ ਦੇਵੀ ਅਤੇ ਦੇਵਤਿਆਂ ਦੇ ਜੰਗਲ ਆਖਿਆ ਜਾਂਦਾ ਹੈ। These patches of forest are parts of the large forest have been left untouched. ਅਤੇ ਅਜਿਹੇ ਜੰਗਲਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਵਾ ਬਿਨਾਂ ਟੱਚ ਬਿਨਾਂ ਛੇੜਛਾੜ ਦੇ ਸੁਰੱਖਿਅਤ ਰੱਖਿਆ ਗਿਆ ਹੈ। By the local people and any interference with them is banned. ਅਜਿਹੇ ਜੰਗਲਾਂ ਨੂੰ ਅਨਟੱਚ ਉੱਥੋਂ ਦੇ ਸਥਾਨਕ ਲੋਕਾਂ ਵੱਲੋਂ ਰੱਖਿਆ ਗਿਆ ਹੈ ਅਤੇ ਮਨੁੱਖ ਦੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਦੇ ਉੱਪਰ ਜਾਂ ਦਖਲਅੰਦਾਜ਼ੀ ਦੇ ਉੱਪਰ ਰੋਕ ਲਗਾਈ ਗਈ ਹੈ। ਮਨੁੱਖ ਇਹਨਾਂ ਜੰਗਲਾਂ ਦੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਜਿਹੜੀ ਨਹੀਂ ਕਰ ਸਕਦਾ। Certain societies reserve a particular tree which they have preserved from time immemorial. ਕੁਝ ਸਮਾਜਿਕ ਸਮੂਹ ਕਿਸੇ ਇੱਕ ਰੁੱਖ ਨੂੰ ਪਵਿੱਤਰ ਮੰਨ ਕੇ ਉਸ ਦੀ ਪੂਜਾ ਕਰਦੇ ਨੇ। ਦਾ ਮੁੰਡਾਸ ਐਂਡ ਦਾ ਸੰਥਾਲ ਆਫ ਦਾ ਛੋਟਾ ਨਾਗਪੁਰ ਰੀਜਨ ਵਰਸ਼ਿਪ ਮਹੁਆ, ਖਾਸ ਤੌਰ 'ਤੇ ਕਹਿੰਦੇ ਮੁੰਡਾਸ ਕਬੀਲਾ, ਸੰਥਾਲ ਕਬੀਲਾ ਛੋਟਾ ਨਾਗਪੁਰ ਦੇ ਵਿੱਚ ਜੇ ਹੈਗੇ ਆ, ਇਹਨਾਂ ਵੱਲੋਂ ਮਹੁਆ ਟਰੀ ਔਰ ਦਾ ਕੰਡਬ ਟਰੀ ਦੀ ਪੂਜਾ ਕੀਤੀ ਜਾਂਦੀ ਹੈ। ਐਂਡ ਦਾ ਟਰਾਈਬਲਸ ਆਫ ਦਾ ਉੜੀਸਾ ਐਂਡ ਦਾ ਬਿਹਾਰ ਵਰਸ਼ਿਪ ਆਫ ਦਾ ਟਮੈਰਿਡ ਐਂਡ ਮੈਂਗੋ ਟਰੀਜ਼ ਡਿਊਰਿੰਗ ਦਾ ਵੈਡਿੰਗ। ਅਤੇ ਉੜੀਸਾ ਔਰ ਬਿਹਾਰ ਦੇ ਕਬੀਲਿਆਂ ਦੁਆਰਾ ਟਮੈਰਿਡ ਔਰ ਮੈਂਗੋ ਟਰੀ ਦੀ ਵੈਡਿੰਗ ਸੀਜ਼ਨ ਦੇ ਸਮੇਂ ਜਾਂ ਵੈਡਿੰਗ ਸਮੇਂ ਪੂਜਾ ਕੀਤੀ ਜਾਂਦੀ ਹੈ। ਟੂ ਮੈਨੀ ਆਫ ਅਸ ਪੀਪਲ ਐਂਡ ਦਾ ਬਨੀਅਨ ਟਰੀ ਆਰ ਕੰਸੀਡਰ ਸੈਕਰਡ। ਸਾਡੇ ਵਿੱਚੋਂ ਕਹਿੰਦੇ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਕਿ ਪਿੱਪਲ ਅਤੇ ਬੋਹੜ ਦੇ ਰੁੱਖ ਨੂੰ ਇੱਕ ਪਵਿੱਤਰ ਰੁੱਖ ਮੰਨਦੇ ਨੇ। ਇੰਡੀਅਨ ਸੋਸਾਇਟੀ ਕੰਪਰਾਈਜ਼ ਸੈਵਰਲ ਕਲਚਰ ਈਚ ਵਿਦ ਇਟਸ ਓਨ ਸੈਟ ਆਫ ਦਾ ਟ੍ਰੈਡੀਸ਼ਨਲ ਮੈਥਡ ਆਫ ਕੰਜ਼ਰਵਿੰਗ ਨੇਚਰ ਐਂਡ ਇਟਸ ਕ੍ਰੀਏਸ਼ਨ। ਕਹਿੰਦੇ ਭਾਰਤੀ ਸਮਾਜ ਜਿਹੜਾ ਕਈ ਕਲਚਰ ਕਈ ਸੱਭਿਆਚਾਰ ਦੇ ਨਾਲ ਮਿਲ ਕੇ ਬਣਿਆ ਹੋਏ ਅਤੇ ਹਰ ਇੱਕ ਸਮਾਜ ਦੇ ਹਰ ਇੱਕ ਸੁਸਾਇਟੀ ਦੇ ਆਪਣੇ ਵੱਖਰੇ ਰਿਵਾਜ ਹੈ, ਜਿਸ ਅਨੁਸਾਰ ਉਹਨਾਂ ਵੱਲੋਂ ਇੱਕ ਆਪਣੇ ਸੱਭਿਆਚਾਰਕ ਦੇ ਨਾਂ 'ਤੇ ਕੁਛ ਜਾਤੀਆਂ ਪੌਦਿਆਂ ਦੀਆਂ ਜੀਵਾਂ ਦੀਆਂ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੈਕਰਡ ਕੁਆਲਿਟੀਜ਼ ਆਰ ਆਫਨ ਅਸਕ੍ਰਾਈਬਡ ਟੂ ਸਪਰਿੰਗ ਮਾਊਂਟੇਨ ਪੀਕਸ ਪਲਾਂਟਸ ਐਂਡ ਐਨੀਮਲਸ ਵਿਚ ਆਰ ਕਲੋਜ਼ਲੀ ਪ੍ਰੋਟੈਕਟਡ। ਕੁਝ ਸਮੁਦਾਇ ਵਿਸ਼ੇਸ਼ ਰੁੱਖਾਂ ਦੀ ਪੂਜਾ ਕਰਨ ਤੋਂ ਇਲਾਵਾ ਆਮ ਤੌਰ 'ਤੇ ਝਰਨੇ, ਪਹਾੜੀ ਚੋਟੀਆਂ, ਪੌਦੇ ਅਤੇ ਜਾਨਵਰਾਂ ਨੂੰ ਪਵਿੱਤਰ ਮੰਨ ਕੇ ਉਹਨਾਂ ਦੀ ਸੁਰੱਖਿਆ ਕਰਦੇ ਨੇ। ਮੀਨਜ਼ ਕੁਝ ਅਜਿਹੇ ਕੋਈ ਅਜਿਹੇ ਸੱਭਿਆਚਾਰਕ ਵਾਲੇ ਲੋਕ ਵੀ ਹੈਗੇ ਨੇ ਜੋ ਕਿ ਰੁੱਖਾਂ ਤੋਂ ਇਲਾਵਾ ਸਪਰਿੰਗ ਪਾਣੀ ਦੇ ਝਰਨੇ, ਪਹਾੜੀਆਂ ਅਤੇ ਪੌਦਿਆਂ ਅਤੇ ਜਾਨਵਰਾਂ ਦੀ ਪੂਜਾ ਕਰਦੇ ਨੇ, ਉਹਨਾਂ ਨੂੰ ਸੁਰੱਖਿਅਤ ਰੱਖਦੇ ਨੇ। ਜਿਵੇਂ ਕਿ ਹਿੰਦੂ ਲੋਕ ਜਿਹੜਾ ਗਊ ਦੀ ਪੂਜਾ ਕਰਦੇ ਆ, ਗਊ ਨੂੰ ਸੁਰੱਖਿਅਤ ਰੱਖਦੇ ਆ। ਇਸੇ ਤਰੀਕੇ ਦੇ ਹੋਰ ਵੀ ਬਹੁਤ ਸਾਰੇ ਕਬੀਲੇ, ਹੋਰ ਵੀ ਸੁਸਾਇਟੀ ਵਿੱਚ ਲੋਕ ਹੋਰ ਧਰਮ ਵਾਲੇ ਹੈਗੇ ਆ ਜਿਨ੍ਹਾਂ ਦੇ ਕੋਈ ਨਾ ਕੋਈ ਇੱਕ ਐਨੀਮਲ ਹੈ ਜਾਂ ਕੋਈ ਬਰਡਸ ਵਗੈਰਾ ਜਿਹੜਾ ਸੈਕਰਡ ਰੁੱਖ ਸੈਕਰਡ ਮੰਨਿਆ ਜਾਂਦਾ ਅਤੇ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੇ ਉੱਪਰ ਬੈਨ ਲਗਾਇਆ ਜਾਂਦਾ ਉਸ ਕਮਿਊਨਿਟੀ ਵੱਲੋਂ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਯੂ ਵਿਲ ਫਾਈਂਡ ਟਰੂਪਸ ਆਫ ਦਾ ਮੈਕਸ ਐਂਡ ਦਾ ਲੰਗੂਰਸ ਅਰਾਊਂਡ ਮੈਨੀ ਟੈਂਪਲਸ। ਕਹਿੰਦੇ ਤੁਸੀਂ ਅਕਸਰ ਮੰਦਰਾਂ ਦੇ ਕੋਲ ਬਾਂਦਰਾਂ ਅਤੇ ਲੰਗੂਰ ਦੀਆਂ ਜਿਹੜੀਆਂ ਟੋਲੀਆਂ ਦੇਖੀਆਂ ਹੋਣਗੀਆਂ। ਦੇ ਆਰ ਫੈਡ ਡੇਲੀ ਐਂਡ ਟ੍ਰੀਟਡ ਐਜ ਏ ਪਾਰਟ ਆਫ ਦਾ ਟੈਂਪਲ ਡਿਵੋਟੀਜ਼। ਅਤੇ ਇਹਨਾਂ ਨੂੰ ਰੋਜ਼ ਹੀ ਕਹਿੰਦੇ ਲੋਕਾਂ ਵੱਲੋਂ ਜਾਂ ਮੰਦਰ ਦੇ ਵਿੱਚ ਜੋ ਵੀ ਪੁਜਾਰੀ ਹੈ ਜਾਂ ਮੰਦਰ ਦਾ ਜੋ ਵੀ ਸਮਾਜਿਕ ਢਾਂਚਾ ਇਸ ਵੱਲੋਂ ਖਾਣ ਪੀਣ ਦਾ ਸਮਾਨ ਦਿੱਤਾ ਜਾਂਦਾ। ਇਹਨਾਂ ਨੂੰ ਇੱਕ ਮੰਦਰ ਦੇ ਸ਼ਰਧਾਲੂ ਵਜੋਂ ਨਵਾਜਿਆ ਜਾਂਦਾ ਹੈ, ਉਹਨਾਂ ਦਾ ਹਿੱਸਾ ਮੰਨਿਆ ਜਾਂਦਾ ਹੈ। In and around Bishnoi village in Rajasthan, herds of the blackbucks, nilgai and the peacock can be seen as an integral part of the community and nobody harms them. ਕਹਿੰਦੇ ਰਾਜਸਥਾਨ ਦੇ ਬਿਸ਼ਨੋਈ ਪਿੰਡ ਦੇ ਵਿੱਚ ਬਲੈਕਬਕਸ, ਨਿਲਗਈ ਅਤੇ ਪੀਕੌਕਸ ਦੇ ਜਿਹੜੇ ਝੁੰਡ ਵੇਖੇ ਜਾ ਸਕਦੇ। ਇਹਨਾਂ ਲੋਕਾਂ ਦੇ ਇੰਟੀਗਰਲ ਅਟੁੱਟ ਭਾਗ ਮੰਨਿਆ ਜਾਂਦਾ, ਮਤਲਬ ਇਹਨਾਂ ਤੋਂ ਵੱਖ ਨਹੀਂ ਕੀਤਾ ਜਾਂਦਾ ਅਤੇ ਇਹ ਲੋਕ ਵੀ ਇਹਨਾਂ ਜਾਨਵਰਾਂ ਨੂੰ ਆਪਣੇ ਆਸ ਪਾਸ ਫਿਰਦਿਆਂ ਕਦੀ ਵੀ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ।
ਨੀਚੇ ਉਹਨਾਂ ਦਾ ਡੇਲੀ ਇੱਕ ਐਕਟੀਵਿਟੀ ਦਿੱਤੀ ਹੈ। ਰਾਈਟ ਅ ਸ਼ਾਰਟ ਐਸੇ ਔਨ ਐਨੀ ਪ੍ਰੈਕਟਿਸ ਵਿਚ ਯੂ ਮੇ ਹੈਵ ਓਬਜ਼ਰਵ ਐਂਡ ਪ੍ਰੈਕਟਿਸ in your everyday lives that conserve and protect the environment around you। ਮਤਲਬ ਤੁਸੀਂ ਕਿਸੇ ਵੀ ਇੱਕ ਕਾਰਜ ਦੇ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਹੋਇਆ ਜਾਂ ਤੁਹਾਨੂੰ ਕਿਸੇ ਓਬਜ਼ਰਵ ਕੀਤਾ, ਕਿਸੇ ਨੂੰ ਅਪਣਾਏ ਹੋਏ ਵੇਖਿਆ ਹੈ, ਜਿਸ ਅਨੁਸਾਰ ਉਸ ਵੱਲੋਂ ਡੇਲੀ ਲਾਈਫ ਦੀ ਯੂਜ਼ੇਜ ਦੇ ਸਮੇਂ ਵਾਤਾਵਰਨ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ The famous Chipko movement in the Himalayas has not only successfully resisted deforestation in several areas but has also shown that a community of forestation with indigenous species can be enormously successful। ਚਿਪਕੋ ਅੰਦੋਲਨ ਜੋ ਕਿ ਕਹਿੰਦੇ ਹਿਮਾਲਿਆ ਦੇ ਵਿੱਚ ਕੀਤਾ ਗਿਆ ਸੀ, ਇਸ ਅਨੁਸਾਰ ਉੱਥੋਂ ਦੇ ਆਮ ਲੋਕਾਂ ਵੱਲੋਂ ਵਿਰੋਧ ਕਰਕੇ ਸਿਰਫ ਜੰਗਲਾਂ ਦੀ ਕਟਾਈ ਨੂੰ ਰੋਕਿਆ ਹੀ ਨਹੀਂ ਗਿਆ, ਸਗੋਂ ਵੱਡੇ ਪੱਧਰ 'ਤੇ ਸਥਾਨਕ ਪ੍ਰਜਾਤੀਆਂ ਦੇ ਰੁੱਖ ਲਗਾ ਕੇ ਇਸ ਮੂਵਮੈਂਟ ਨੂੰ ਸਫਲ ਬਣਾਇਆ ਗਿਆ। Attempt to revive the traditional conservation methods of developing new methods of the ecological farming are now widespread। ਲੋਕਾਂ ਵੱਲੋਂ ਜੰਗਲਾਂ ਦੇ ਬਚਾਅ ਵਾਸਤੇ, ਇਹਨਾਂ ਦੀ ਸਾਂਭ ਸੰਭਾਲ ਵਾਸਤੇ ਪੁਰਾਣੇ ਤਰੀਕੇ ਅਪਣਾਏ ਜਾ ਰਹੇ ਆ ਅਤੇ ਨਾਲ ਦੀ ਨਾਲ ਇਕੋਲੋਜੀਕਲ ਫਾਰਮਿੰਗ ਅਪਣਾਈ ਜਾ ਰਹੀ ਹੈ। ਇਕੋਲੋਜੀਕਲ ਫਾਰਮਿੰਗ ਹੁੰਦੀ ਹੈ ਕਿ ਜੋ ਵੀ ਆਪਾਂ ਸਿੰਥੈਟਿਕ ਫਰਟੀਲਾਈਜ਼ਰ, ਕੈਮੀਕਲ ਫਰਟੀਲਾਈਜ਼ਰ ਯੂਜ਼ ਕਰਦੇ ਹਾਂ, ਇਹਨਾਂ ਦੀ ਵਰਤੋਂ ਤੋਂ ਬਿਨਾਂ ਖੇਤੀਬਾੜੀ ਕਰਨੀ, ਮਤਲਬ ਦੇਸੀ ਖਾਦ ਵਗੈਰਾ ਯੂਜ਼ ਕਰਕੇ ਖੇਤੀਬਾੜੀ ਕਰ ਲੈਣੀ। ਇਕੋਲੋਜੀਕਲ ਫਾਰਮਿੰਗ ਆਰ ਨਾਓ ਵਾਈਡ ਸਪਰੈਡ ਅਤੇ ਹੁਣ ਇਹ ਇਕੋਲੋਜੀਕਲ ਫਾਰਮਿੰਗ ਜੋ ਕਿ ਔਰਗੈਨਿਕ ਖੇਤੀਬਾੜੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ, ਦੇਸ਼ ਦੇ ਵੱਡੇ ਹੋਰ ਭਾਗਾਂ ਤੱਕ ਫੈਲ ਚੁੱਕੀ ਹੈ। ਫਾਰਮਰਸ ਐਂਡ ਸਿਟੀਜ਼ਨਸ ਗਰੁੱਪਸ ਲਾਈਕ ਦਾ ਬੀਜ ਬਚਾਓ ਅੰਦੋਲਨ ਇਨ ਤੇਹਰੀ ਐਂਡ ਦਾ ਨਵਦਾਨਿਆ ਹੈਵ ਸ਼ੋਨ ਡੈਟ ਦਾ ਐਡੂਕੇਟ ਲੈਵਲ ਆਫ ਦਾ ਡਿਵਰਸੀਫਾਈਡ ਕ੍ਰੌਪ ਪ੍ਰੋਡਕਸ਼ਨ ਵਿਦਆਊਟ ਦਾ ਯੂਜ਼ ਆਫ ਦਾ ਸਿੰਥੈਟਿਕ ਕੈਮੀਕਲ ਆਰ ਪੋਸੀਬਲ ਐਂਡ ਇਕਨੋਮਿਕਲ ਵੀਏਬਲ। ਕਹਿੰਦੇ ਕੁਝ ਕਿਸਾਨਾਂ ਵੱਲੋਂ ਬੀਜ ਬਚਾਓ ਅੰਦੋਲਨ ਜੋ ਕਿ ਤੇਹਰੀ ਨਦਿਆਣ ਦੇ ਵਿੱਚ ਕੀਤਾ ਗਿਆ ਸੀ, ਉਹਨਾਂ ਵੱਲੋਂ ਇੱਕ ਸੁਨੇਹਾ ਦਿੱਤਾ ਗਿਆ ਕਿ ਕਿਵੇਂ ਅਸੀਂ ਜਿਹੜਾ ਕੈਮੀਕਲ ਖਾਦਾਂ ਦੀ ਵਰਤੋਂ ਤੋਂ ਬਿਨਾਂ ਫਸਲਾਂ ਪੈਦਾ ਕਰ ਸਕਦੇ ਹਾਂ ਅਤੇ ਉਹਨਾਂ ਦਾ ਵਧੀਆ ਝਾੜ ਵੀ ਪ੍ਰਾਪਤ ਹੋ ਜਾਂਦਾ ਹੈ। ਨਾਲ ਦੀ ਨਾਲ ਸਾਡੇ ਜੋ ਪੁਰਾਣੇ ਬੀਜ ਆ, ਅਸੀਂ ਪੁਰਾਤਨ ਸਮੇਂ ਤੋਂ ਫਸਲਾਂ ਬੀਜਦੇ ਆ ਰਹੇ ਹਾਂ, ਉਹਨਾਂ ਦੇ ਬੀਜ ਵੀ ਕੰਜ਼ਰਵ ਕਰਕੇ ਰੱਖੇ ਜਾ ਸਕਦੇ ਆ। In India, joint forest management program furnished a good example for the involving local community in the management and the restoration of the degraded forest। ਭਾਰਤ ਸਰਕਾਰ ਵੱਲੋਂ ਜੁਆਇੰਟ ਫੋਰੈਸਟ ਮੈਨੇਜਮੈਂਟ ਇੱਕ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਜਿਹਦੇ ਅਨੁਸਾਰ ਲੋਕਲ ਕਮਿਊਨਿਟੀ ਔਰ ਉੱਥੋਂ ਦੇ ਅਧਿਕਾਰੀਆਂ ਵੱਲੋਂ ਰਲ ਕੇ ਇਕੱਠੇ ਜੁਆਇੰਟਲੀ ਇੱਕ ਪ੍ਰੋਗਰਾਮ ਲਿਖਿਆ ਗਿਆ ਹੈ, ਜਿਹਦੇ ਅਨੁਸਾਰ ਡੀਗ੍ਰੇਡਡ ਪਤਨ ਹੋ ਜਾ ਰਹੇ ਜੰਗਲਾਂ ਦੀ ਇਕੱਠੇ ਮਿਲ ਕੇ ਸਾਂਭ ਸੰਭਾਲ ਕੀਤੀ ਜਾਂਦੀ ਹੈ। ਦਾ ਪ੍ਰੋਗਰਾਮ ਹੈਜ਼ ਬੀਨ ਇਨ ਫਾਰਮਲ ਐਗਜ਼ਿਸਟੈਂਸ ਸਿੰਸ 1988 ਵੈਨ ਦਾ ਸਟੇਟ ਆਫ ਦਾ ਉੜੀਸਾ ਪਾਸਡ ਦਾ ਫਸਟ ਰੀਸੋਲਿਊਸ਼ਨ ਫਾਰ ਦਾ ਜੁਆਇੰਟ ਫੋਰੈਸਟ ਮੈਨੇਜਮੈਂਟ। ਕਹਿੰਦਾ ਇਹ ਪ੍ਰੋਗਰਾਮ ਰਸਮੀ ਤੌਰ 'ਤੇ ਜਿਹੜਾ 1988 ਈਸਵੀ ਦੇ ਵਿੱਚ ਹੋਂਦ ਵਿੱਚ ਆਇਆ, ਜਦੋਂ ਉੜੀਸਾ ਦੀ ਗੌਰਮੈਂਟ ਨੇ ਇੱਕ ਮਤਾ ਪਾਸ ਕਰਕੇ ਜੁਆਇੰਟ ਫੋਰੈਸਟ ਮੈਨੇਜਮੈਂਟ ਦੀ ਸਥਾਪਨਾ ਕੀਤੀ ਕਿ ਜੰਗਲਾਂ ਦੀ ਸਾਂਭ ਸੰਭਾਲ ਇਕੱਲੀ ਸਰਕਾਰ ਜਿਹੜਾ ਆਪਣੇ ਸਿਰ 'ਤੇ ਕਾਰਜ ਨਾ ਲਵੇ, ਉਹ ਜਿਹੜੇ ਇਲਾਕਿਆਂ ਦੇ ਵਿੱਚ ਜੰਗਲ ਆ ਉੱਥੋਂ ਦੇ ਲੋਕਾਂ ਨੂੰ ਜਾਂ ਉੱਥੋਂ ਦੇ ਸਮਝਦਾਰ ਵਾਤਾਵਰਨ ਪ੍ਰੇਮੀ ਆ ਜਿਹੜੇ, ਉਹਨਾਂ ਨੂੰ ਨਾਲ ਰਲਾ ਕੇ ਇਕੱਠੇ ਮਿਲ ਕੇ ਕੰਮ ਕੀਤਾ ਜਾਵੇ ਔਰ ਜੰਗਲਾਂ ਦੀ ਸਾਂਭ ਸੰਭਾਲ ਕੀਤੀ ਜਾਵੇ। JFM depends on the formation of the local institution that undertake the protection activity mostly on degraded forest land managed by the Forest Department। JFM ਦੀ ਕਹਿੰਦੇ ਆ ਬਣਤਰ ਲੋਕਲ ਕਮਿਊਨਿਟੀ ਇੰਸਟੀਟਿਊਸ਼ਨ ਤੋਂ ਪ੍ਰਭਾਵਿਤ ਹੋ ਕੇ ਕੀਤੀ ਗਈ, ਕਿਉਂਕਿ ਜਿਹੜੇ ਇਲਾਕਿਆਂ ਦੇ ਵਿੱਚ ਲਗਾਤਾਰ ਜੰਗਲਾਂ ਦਾ ਪਤਨ ਹੋ ਰਿਹਾ ਸੀ, ਉੱਥੋਂ ਦੇ ਵਾਤਾਵਰਨ ਪ੍ਰੇਮੀਆਂ ਨੇ ਆਪ ਇਸ ਦੇ ਵੱਲ ਧਿਆਨ ਦੇ ਕੇ ਸਰਕਾਰ ਤੋਂ ਪਹਿਲਾਂ ਇਹਨਾਂ ਦੀ ਸਾਂਭ ਸੰਭਾਲ ਵਾਸਤੇ ਕੁਝ ਸੰਸਥਾਵਾਂ ਬਣਾਉਣੀਆਂ, ਜਿਨ੍ਹਾਂ ਵੱਲੋਂ ਬਾਹਰਲੇ ਲੋਕਾਂ ਨੂੰ ਔਰ ਪਿੰਡ ਦੇ ਲੋਕਾਂ ਨੂੰ ਸਮਝਾ ਕੇ ਜੰਗਲਾਂ ਦੀ ਕਟਾਈ ਜਾਂ ਜੰਗਲਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਿਆ ਜਾ ਰਿਹਾ ਸੀ। ਇਹਨਾਂ ਵੱਲ ਦੇਖ ਕੇ ਇਹਨਾਂ ਦੇ ਸਹਿਯੋਗ ਲਈ ਫਿਰ ਸਰਕਾਰ ਨੇ ਜਿਹੜਾ ਆਪਣਾ ਯੋਗਦਾਨ ਦੇਣਾ ਸ਼ੁਰੂ ਕਰ ਦਿੱਤਾ। ਇਨ ਰਿਟਰਨ ਦਾ ਮੈਂਬਰਸ ਆਫ ਦੀ ਕਮਿਊਨਿਟੀਜ਼ ਆਰ ਐਂਟਾਈਟਲ ਟੂ ਇੰਟਰਮੀਡੀਏਟਰੀ ਬੈਨੀਫਿਟਸ ਲਾਈਕ ਨੌਨ ਟਿੰਬਰ ਫੋਰੈਸਟ ਪ੍ਰੋਡਿਊਸਸ ਐਂਡ ਦਾ ਸ਼ੇਅਰ ਇਨ ਦਾ ਟਿੰਬਰ ਹਾਰਵੈਸਟਡ ਬਾਈ ਦਾ ਸਕਸੈਸਫੁਲ ਪ੍ਰੋਟੈਕਸ਼ਨ। ਅਤੇ ਜਦੋਂ ਇਹਨਾਂ ਲੋਕਾਂ ਵੱਲੋਂ ਸਰਕਾਰ ਦਾ ਸਾਥ ਦਿੱਤਾ ਜਾਂਦਾ ਹੈ ਅਤੇ ਇਸ ਦੇ ਵਜੋਂ ਸਰਕਾਰ ਵੱਲੋਂ ਨੌਨ ਟਿੰਬਰ ਫੋਰੈਸਟ ਮਤਲਬ ਜਿਹੜੇ ਜੰਗਲਾਂ ਦੀ ਲੱਕੜ ਟਿੰਬਰ ਦੇ ਵਜੋਂ ਨਹੀਂ ਵਰਤੀ ਜਾਂਦੀ, ਇਹਨਾਂ ਜੰਗਲਾਂ ਦੇ ਵਿੱਚ ਲੋਕਾਂ ਨੂੰ ਕੁਝ ਹੱਕ ਦਿੱਤੇ ਜਾਂਦੇ ਆ, ਉੱਥੋਂ ਕੁਝ ਪ੍ਰੋਡਕਟ ਵਰਤ ਕੇ ਆਪਣੀਆਂ ਲੋੜਾਂ ਪੂਰੀਆਂ ਕਰਨ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ। ਨੈਕਸਟ ਆ ਜਾਂਦਾ ਦਾ ਕਲੀਅਰ ਲੈਸਨ ਫਰੋਮ ਦਾ dynamic of the both environmental destruction and reconstruction in India is that local community everywhere have to be involved in some kind of natural resources management।
ਕਹਿੰਦੇ ਇਸ ਪਾਠ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਬੋਥ ਇਨਵਾਇਰਮੈਂਟਲ ਡਿਸਟਰਕਸ਼ਨ ਕਿ ਵਾਤਾਵਰਨ ਦਾ ਨੁਕਸਾਨ ਐਂਡ ਰੀਕਨਸਟਰਕਸ਼ਨ ਇਨ ਇੰਡੀਆ ਅਤੇ ਇਸ ਨੁਕਸਾਨ ਦੀ ਭਰਪਾਈ ਇਹ ਦਾ ਲੋਕਲ ਕਮਿਊਨਿਟੀ ਐਵਰੀਵੇਅਰ ਹੈਵ ਟੂ ਬੀ ਇਨਵੋਲਵਡ। ਇਹਨਾਂ ਦੋਨਾਂ ਦੇ ਵਿੱਚ ਲੋਕਲ ਕਮਿਊਨਿਟੀ ਜਿਹੜੀਆਂ ਸ਼ਾਮਿਲ ਹੁੰਦੀਆਂ ਕਿ ਨੁਕਸਾਨ ਵੀ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਲੋਕਾਂ ਵੱਲੋਂ ਹੀ ਇਸ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ ਜਾਂ ਭਰਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਜਦੋਂ ਇਹਨਾਂ ਨੂੰ ਲੱਗਦਾ ਕਿ ਨੁਕਸਾਨ ਜ਼ਿਆਦਾ ਹੋ ਗਿਆ ਫਿਰ ਉਹਨਾਂ ਇਹਨਾਂ ਚੀਜ਼ਾਂ ਨੂੰ ਬਚਾਉਣ ਲਈ ਅੱਗੇ ਆਉਂਦੇ। ਇਨ ਸਮ ਕਾਈਂਡ ਆਫ ਦਾ ਨੈਚੁਰਲ ਰਿਸੋਰਸਿਸ ਮੈਨੇਜਮੈਂਟ ਕਹਿੰਦੇ ਇਸ ਲਈ ਜੇ ਕੋਈ ਵੀ ਅਸੀਂ ਗੌਰਮੈਂਟ ਵੱਲੋਂ ਕੋਈ ਵੀ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਜੰਗਲਾਂ ਦੀ ਸਾਂਭ ਸੰਭਾਲ ਵਾਸਤੇ ਇਹਦੇ ਵਿੱਚ ਕੁਝ ਸਮਝਦਾਰ ਕੁਝ ਵਾਤਾਵਰਨ ਪ੍ਰੇਮੀ ਲੋਕ ਕਮਿਊਨਿਟੀ ਦੇ ਲੋਕਾਂ ਨੂੰ ਸ਼ਾਮਿਲ ਕਰ ਲੈਣਾ ਚਾਹੀਦਾ ਹੈ। ਬਟ ਦੇਅਰ ਇਜ਼ ਸਟਿਲ ਏ ਲੌਂਗ ਵੇ ਟੂ ਗੋ ਬਿਫੋਰ ਲੋਕਲ ਕਮਿਊਨਿਟੀ ਆਰ ਐਟ ਦਾ ਸੈਂਟਰ ਸਟੇਜ ਇਨ ਡਿਸੀਜਨ ਮੇਕਿੰਗ। ਪਰ ਕਹਿੰਦੇ ਅਜੇ ਇਹਨਾਂ ਨੂੰ ਸ਼ਾਮਲ ਤਾਂ ਅਸੀਂ ਕਰ ਲਵਾਂਗੇ ਲੋਕਲ ਕਮਿਊਨਿਟੀ ਦੇ ਲੋਕਾਂ ਵੱਲੋਂ ਅਜੇ ਇੱਕ ਲੰਬਾ ਰਸਤਾ ਤੈਅ ਕੀਤਾ ਜਾਵੇਗਾ ਮਤਲਬ ਆਪਣੀ ਰੈਪੂਟੇਸ਼ਨ ਬਣਾ ਕੇ ਹੋਰ ਪੂਰੀ ਤਰ੍ਹਾਂ ਆਪਣਾ ਵੱਧ ਸਹਿਯੋਗ ਦੇ ਕੇ ਜੋ ਵੀ ਸੈਂਟਰ ਵੱਲੋਂ ਕੋਈ ਡਿਸੀਜਨ ਲਏ ਜਾਂਦੇ ਫੈਸਲੇ ਲਏ ਜਾਂਦੇ ਫਿਰ ਹੀ ਉਹਨਾਂ ਡਿਸੀਜਨ ਨੂੰ ਇਹ ਜਿਹੜਾ ਪ੍ਰਭਾਵਿਤ ਕਰ ਸਕਦੇ ਆ ਉਹਦੇ ਵਿੱਚ ਆਪਣੀ ਇੰਟਰਫੀਅਰੈਂਸ ਕਰ ਸਕਦੇ ਆ ਆਪਣੀ ਸਲਾਹ ਦੇ ਸਕਦੇ ਆ ਔਰ ਦਖਲਅੰਦਾਜ਼ੀ ਦੇ ਨਾਲ ਸਰਕਾਰ ਦੇ ਡਿਸੀਜਨ ਨੂੰ ਪ੍ਰਭਾਵਿਤ ਕਰ ਸਕਦੀ ਹੈ। Accept only those economic or development activities that are the people centric, environment friendly and economical rewarding। ਕਹਿੰਦੇ ਸਾਨੂੰ ਵਿਕਾਸ ਦੀਆਂ ਸਿਰਫ ਉਹੀ ਕਿਰਿਆਵਾਂ ਉਹੀ ਕਾਰਜ ਕਰਨੇ ਚਾਹੀਦੇ ਆ ਜਿਸ ਦੇ ਨਾਲ ਅਸੀਂ ਆਰਥਿਕ ਵਿਕਾਸ ਵੀ ਕਰ ਲਈਏ ਨਾਲ ਦੀ ਨਾਲ ਉਸ ਦੇ ਨਾਲ ਲੋਕ ਕੇਂਦਰਿਤ ਹੋਣ ਉਹ ਐਕਟੀਵਿਟੀ ਸਾਡੀਆਂ ਐਨਵਾਇਰਮੈਂਟਲ ਫਰੈਂਡਲੀ ਵਾਤਾਵਰਨ ਦੇ ਜਿਹੜਾ ਵਾ ਦੋਸਤਾਨਾ ਹੋਣ ਅਤੇ ਇਕਨੋਮਿਕਲ ਰਿਵਾਰਡਿੰਗ ਅਤੇ ਇਸ ਦਾ ਸਾਨੂੰ ਕੋਈ ਨਾ ਕੋਈ ਆਰਥਿਕ ਰਿਵਾਰਡ ਇਨਾਮ ਵੀ ਪ੍ਰਾਪਤ ਹੋ ਜਾਵੇ। ਮਤਲਬ ਕਹਿਣ ਦਾ ਭਾਵ ਕਿ ਸਾਨੂੰ ਅਜਿਹੇ ਕਾਰਜ ਹੀ ਕਰਨੇ ਚਾਹੀਦੇ ਵਿਕਾਸ ਵਾਲੇ ਜਿਨ੍ਹਾਂ ਦੇ ਅਨੁਸਾਰ ਅਸੀਂ ਆਪਣੀ ਲੋੜ ਵੀ ਪੂਰੀ ਕਰ ਲਈਏ ਅਤੇ ਵਾਤਾਵਰਨ ਦਾ ਕੋਈ ਬਹੁਤਾ ਨੁਕਸਾਨ ਵੀ ਜਿਹੜਾ ਨਾ ਕੀਤਾ ਜਾਵੇ। ਥੈਂਕਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।